वाहिगुरू जी का खालसा वाहिगुरू जी की फतेह। संगत जी, पंथ रतन ज्ञानी संत मस्कीन जी की कथा है। कथा विच विचारते ने कि पिछले किते हुए कर्म जो तुसी पिछले जन्म ते किते हुए कर्म हैं, क्या उन कर्मां दा फल तुहानू अगले जन्म विच मिलदा है या नहीं मिलदा। आओ मस्कीन जी की कथा सुनिए। कथा विच की विचारते ने ते अंत विच असीं कथा दे विचार करांगे कि वो कथा विच की दसदे ने। आओ कथा सुनिए। दो उगे विद्वानां ने कर्म फिलासफी ਦੀਆਂ ਜੜਾਂ ਉਖਾੜਨ ਦੀ ਕੋਸ਼ਿਸ਼ ਕੀਤੀ। ਇੱਕ ਡਾਕਟਰ ਫਰਾਇਡ, ਇੱਕ ਕਾਰਲ ਮਾਰਕਸ। ਡਾਕਟਰ ਫਰਾਇਡ ਨੇ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਲਾਨੀਆ ਕਹਿ ਦਿੱਤਾ 90% ਰੋਗ ਜੱਦੀ ਰੋਗ ਆਉਂਦੇ ਨੇ, ਮਾਂ-ਬਾਪ ਤੋਂ ਆਉਂਦੇ ਨੇ। ਮਾਂ-ਬਾਪ ਨੂੰ ਸ਼ੂਗਰ ਸੀ, ਸ਼ੱਕਰ ਦੀ ਬਿਮਾਰੀ ਸੀ ਅੱਗੋਂ ਬੱਚਿਆਂ ਨੂੰ। ਮਾਂ-ਬਾਪ ਦੀਆਂ ਅੱਖਾਂ ਕਮਜ਼ੋਰ ਸਨ, ਅੱਗੋਂ ਬੱਚਿਆਂ ਦੀ ਕਮਜ਼ੋਰ। ਮਾਂ-ਬਾਪ ਨੂੰ ਕੋਈ ਭਿਅੰਕਰ ਰੋਗ ਸੀ, ਅੱਗੋਂ ਬੱਚਿਆਂ ਨੂੰ। ਤਾਂ ਡਾਕਟਰ ਫਰਾਇਡ ਨੇ ਕਹਿ ਦਿੱਤਾ ਮਨੁੱਖ ਦੇ ਸਰੀਰਕ ਰੋਗਾਂ ਲਈ, ਸਰੀਰਕ ਦੁੱਖਾਂ ਲਈ 90% ਜ਼ਿੰਮੇਵਾਰ ਨੇ ਮਾਂ-ਬਾਪ। ਉਹਨੇ ਇੱਕ ਹੋਰ ਵੀ ਐਲਾਨ ਕੀਤਾ ਸੀ, ਜਰਮਨ ਗੌਰਮੈਂਟ ਨੇ ਨਹੀਂ ਮੰਨਿਆ ਸੀ। ਰੋਗੀ ਮਾਂ-ਬਾਪ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ। ਸ਼ੂਗਰ ਦੇ ਮਰੀਜ਼ ਨੇ, ਇਹ ਹੱਕ ਉਹਨਾਂ ਕੋਲ ਖੋਲੋ, ਬੱਚੇ ਸ਼ੂਗਰ ਦੇ ਮਰੀਜ਼ ਹੋਣਗੇ। ਭਿਅੰਕਰ ਮਰੀਜ਼ ਨੇ, ਕੋੜ ਦਾ ਰੋਗੀ ਹੈ, ਬੱਚੇ ਕੋੜੀ ਹੋਣਗੇ। ਉਹਨੇ ਐਲਾਨੀਆ ਕਿਹਾ ਸੀ ਇਸ ਤਰ੍ਹਾਂ ਦੇ ਭਿਅੰਕਰ ਰੋਗੀਆਂ ਕੋਲੋਂ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ, ਕਿਉਂਕਿ ਬੱਚੇ ਰੋਗੀ ਹੋਣਗੇ। ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ। ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ, ਤੂੰ ਨਹੀਂ ਹੈ। ਇੱਕ ਮਨੁੱਖ ਇਤਨਾ ਚੋਟੀ ਦਾ ਧਨਵਾਨ ਹੋ ਗਿਆ, ਇਸ ਵਾਸਤੇ ਤੂੰ ਨਿਰਧਨ ਰਹਿ ਗਿਆ। ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ, ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ। ਤੇਰੀ ਨਿਰਧਨਤਾ ਲਈ, ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ। ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ। ਮੇਰੇ ਸਰੀਰਕ ਦੁੱਖਾਂ ਲਈ, ਰੋਗਾਂ ਲਈ ਮਾਂ-ਬਾਪ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ। ਫਿਰ ਮੈਂ ਤੇ ਨਿਰਦੋਸ਼, ਮੈਂ ਤੇ ਕੁਝ ਵੀ ਨਹੀਂ। ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਆਉਂਦੀ। ਇਸ ਖਿਆਲ ਦੇ ਨਾਲ ਉਸ ਵਕਤ ਬੇਸ਼ਤਰ ਨੌਜਵਾਨ ਬੱਚੇ, ਉਹਨਾਂ ਦੇ ਮਨ ਵਿੱਚ ਮਾਂ-ਬਾਪ ਦਾ ਸਨਮਾਨ ਘਟ ਗਿਆ। ਇਸ ਖਿਆਲ ਦੇ ਨਾਲ ਬੇਸ਼ਤਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ, ਅਮੀਰ ਸਮਾਜ ਦੇ ਖਿਲਾਫ ਹੋ ਗਏ। ਕਿਉਂਕਿ ਕਾਰਲ ਮਾਰਕਸ ਕਹਿੰਦਾ ਮੇਰੀ ਆਰਥਿਕ ਔਕੜਾਂ ਲਈ ਇਹ ਅਮੀਰ ਜ਼ਿੰਮੇਵਾਰ ਹੈ, ਸਮਾਜ ਜ਼ਿੰਮੇਵਾਰ ਹੈ। ਤੇ ਫਰਾਇਡ ਕਹਿੰਦਾ ਮੇਰੇ ਸਰੀਰਕ ਰੋਗਾਂ ਲਈ ਮਾਂ-ਬਾਪ ਜ਼ਿੰਮੇਵਾਰ ਨੇ। ਗੁਰਬਾਣੀ ਬੁਲੰਦ ਵਾਂਗ ਕਹਿੰਦੀ ਹੈ ਨਹੀਂ, ਨਾ ਸਮਾਜ ਦੋਸ਼ੀ ਹੈ, ਨਾ ਮਾਂ-ਬਾਪ ਦੋਸ਼ੀ ਨੇ, ਤੂੰ ਦੋਸ਼ੀ ਹੈ। ਦੱਦਾ ਦੋਸ ਨਾ ਦੇਉ ਕਾਹੂੰ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਤੇਰੇ ਕਰਮ ਐਸੇ ਸਨ, ਉਹਨਾਂ ਕਰਕੇ ਮਾਂ-ਬਾਪ ਦਾ ਸੰਜੋਗ ਹੋਇਆ। ਇਸ ਤਰ੍ਹਾਂ ਦੇ ਮਾਂ-ਬਾਪ ਦਾ ਸੰਜੋਗ ਹੋਇਆ, ਇਸ ਤਰ੍ਹਾਂ ਦੇ ਭਾਈ ਭੈਣਾਂ ਦਾ ਸੰਜੋਗ ਹੋਇਆ, ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ। ਤੇਰੇ ਕਰਮ ਹੀ ਐਸੇ ਨੇ, ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ। ਅਰਥ ਇਤਨਾ ਕੁਝ ਪ੍ਰਾਪਤ ਹੋਇਆ। ਨਾ ਦੋਸ਼ੀ ਠਹਿਰਾ, ਕਿਸੇ ਨੂੰ ਦੋਸ਼ੀ ਨਾ ਠਹਿਰਾ। ਸਵੈਮ ਤੇਰੇ ਕਰਮ ਦੋਸ਼ੀ ਨੇ, ਆਪਣੇ ਕਰਮਾਂ ਨੂੰ ਠੀਕ ਕਰ। ਐ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਜੋ ਕੁਝ ਚਾਹੀਦਾ ਲੈ, ਸੁਕਰਤ ਕਰ ਕਰ ਲੀਜੇ ਰੇ ਮਨ।
ਸੁਖਰਤ ਦੀ ਮਨੁੱਖ ਇਤਨੀ ਫਿਕਰ ਨਹੀਂ ਕਰਦਾ। ਖੈਰ ਹੁਣ ਮੈਂ ਅਰਜ਼ ਕਰਾਂ, ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਨੇ, ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ। ਤਨ ਨੂੰ ਮਕਾਨ ਚਾਹੀਦਾ ਹੈ, ਬਾਹਰੋਂ ਮਿਲੇਗਾ। ਤਨ ਨੂੰ ਧਨ ਚਾਹੀਦਾ ਹੈ, ਬਾਹਰੋਂ ਮਿਲੇਗਾ। ਤਨ ਨੂੰ ਕੱਪੜੇ ਚਾਹੀਦੇ ਨੇ, ਬਾਹਰੋਂ ਮਿਲੇਗਾ। ਪਰਿਵਾਰ ਦੇ ਸੰਬੰਧ ਜੋੜਨੇ ਨੇ, ਬਾਹਰੋਂ ਜੁੜੇਗਾ। ਲੜਕਾ ਬਾਹਰੋਂ ਵੇਖਣਾ ਪਏਗਾ, ਲੜਕੀ ਬਾਹਰੋਂ ਵੇਖਣੀ ਪਏਗੀ। ਰੁਤਬਾ ਚਾਹੀਦਾ ਹੈ, ਬਾਹਰੋਂ ਮਿਲੇਗਾ। ਕੋਈ ਅਹੁਦਾ ਚਾਹੀਦਾ ਹੈ, ਬਾਹਰੋਂ ਮਿਲੇਗਾ। ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ, ਰੁਤਬਾ ਨਹੀਂ ਮਿਲੇਗਾ, ਧਨ ਸੰਪਦਾ ਅੰਦਰੋਂ ਨਹੀਂ ਮਿਲੇਗੀ। ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਆਉਂਦੀ ਹੈ, ਔਰ ਬਾਹਰ ਦਾ ਬਹੁਤ ਸਾਰਾ ਸਾਜ਼ੋ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ। ਕਿਰਤ ਤੇ ਕਰਨੀ ਪਏਗੀ, ਉਦਮ ਤੇ ਕਰਨਾ ਪਏਗਾ। ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ, ਬਾਹਰੋਂ ਨਹੀਂ ਹੋਵੇਗੀ। ਨਾ ਕਿਸੇ ਪਹਾੜ ਚੋਂ ਪਰਮਾਤਮਾ ਮਿਲਣਾ ਹੈ, ਨਾ ਕਿਸੇ ਗੁਫਾ ਤੋਂ, ਨਾ ਕਿਸੇ ਦਰਿਆ ਤੋਂ, ਨਾ ਸੂਰਜ ਚੰਦ ਤਾਰਿਆਂ ਤੋਂ। ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ। ਮੈਨੂੰ ਬਾਹਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ, ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ। ਪਰਿਸਥਿਤੀ ਠੀਕ ਨਹੀਂ ਸੀ, ਪ੍ਰਾਲਬਧ ਠੀਕ ਨਹੀਂ ਸੀ, ਪਰਿਸਥਿਤੀ ਠੀਕ ਨਹੀਂ ਸੀ। ਉਦਮ ਤੇ ਮੈਂ ਬਹੁਤ ਕੀਤਾ, ਮਿਹਨਤ ਤੇ ਮੈਂ ਬੜੀ ਕੀਤੀ। ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ, ਕਈ ਕੋਟ ਘਾਲੇ ਥੱਕ ਪਾਏ। ਵਿਚਾਰੇ ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਬੈਠਤ ਹੀ ਖਾਏ। ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ, ਅਰਬਾਂ ਪਤੀ ਦੇ ਘਰ ਹੋ ਗਿਆ। ਹੁਣ ਉਹ ਬੱਚਾ ਜਨਮ ਤੋਂ ਹੀ ਅਰਬਾਂ ਪਤੀ, ਜਨਮ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਿਆ। ਜਨਮ ਤੋਂ ਹੀ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ ਹੈ। ਕੁਛ ਵੀ ਨਹੀਂ ਕੀਤਾ ਇਸਨੇ, ਹੁਣ ਤੇ ਕੁਛ ਵੀ ਨਹੀਂ ਕੀਤਾ। ਇਹ ਕੀ ਹੈ? ਇਹ ਪ੍ਰਾਲਬਧ, ਪਰਿਸਥਿਤੀ, ਇਹ ਪਿਛਲੇ ਬੋਏ ਹੋਏ ਕਰਮ, ਉਹਨਾਂ ਕਰਕੇ। ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਦਾਨੰ ਪਰਾ ਪੂਰਬੈਣ ਭੁਜੰਤੇ ਮਹੀਪਤੇ। ਇਹ ਪੂਰਬਲਾ ਦਾਨ ਹੈ, ਫਲੀਭੂਤ ਹੋ ਗਿਆ। ਪੂਰਬਲਾ ਗਿਆਨ ਆਉਂਦਾ ਤੇ ਜਨਮ ਤੋਂ ਇਹ ਬ੍ਰਹਮ ਗਿਆਨੀ ਵੀ ਹੋ ਸਕਦਾ ਸੀ, ਜਨਮ ਤੋਂ ਇਹ ਧਾਰਮਿਕ ਹੋ ਸਕਦਾ ਸੀ। ਬੜੇ ਛੋਟੇ ਛੋਟੇ ਮਾਸੂਮ ਬੱਚੇ ਧਾਰਮਿਕ ਹੋਏ ਨੇ, ਬੜੀ ਲਗਨ ਵਾਲੇ ਹੋਏ ਨੇ। ਸੰਸਾਰ ਦਾ ਇਤਿਹਾਸ ਭਰਿਆ ਪਿਆ, ਕਿਸੇ ਵਕਤ ਤੁਹਾਡੇ ਸਾਹਮਣੇ ਵਿਚਾਰਾਂ ਮੈਂ ਰੱਖਾਂਗਾ। ਉਹ ਪੂਰਬਲੇ ਸੰਸਕਾਰ ਹੁੰਦੇ ਨੇ, ਪੂਰਬਲੇ ਕਰਮ ਆਉਂਦੇ ਨੇ। ਬਾਹਰੋਂ ਕੁਝ ਪ੍ਰਾਪਤ ਨਹੀਂ ਹੋਇਆ, ਪਰਿਸਥਿਤੀ ਠੀਕ ਨਹੀਂ ਸੀ, ਤੇ ਪ੍ਰਮਾਤਮਾ ਤੋਂ ਅੰਦਰੋਂ ਮਿਲਦਾ ਹੈ। ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਨਹੀਂ ਹੋ ਸਕੀ, ਮਨ ਸਥਿਤੀ ਠੀਕ ਨਹੀਂ ਸੀ। ਤੇ ਮਨ ਸਥਿਤੀ ਕੀ? ਮਨ ਮੈਲਾ ਹੈ, ਔਰ ਕੁਛ ਨਹੀਂ, ਮੈਲਾ ਹੈ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਤਨ ਦੇ ਸਾਫ਼ ਕਰਨ ਨਾਲ ਵੀ ਕਿਧਰੇ ਮਨ ਸਾਫ਼ ਹੋ ਜਾਂਦਾ, ਮਸਲਾ ਹੱਲ ਹੋ ਜਾਣਾ ਸੀ, ਨਹੀਂ ਹੁੰਦਾ। ਤੇ ਬੜੀ ਛੇਤੀ ਗੱਲ ਬਣ ਜਾਣੀ ਸੀ। ਮਨ ਮੈਲੇ ਸਭ ਕਿਛ ਮੈਲਾ। ਦੋ ਚਾਰ ਸ਼ਬਦ ਮੈਨੂੰ ਹੋਰ ਕਹਿਣ ਦੇਣਾ, ਗੁਸਤਾਖੀ ਮਾਫ। ਮਨ ਮੈਲਾ, ਇਸ ਬੰਦੇ ਦਾ ਦਾਨ ਵੀ ਮੈਲਾ ਹੋਵੇਗਾ, ਉਹਦੇ ਚ ਹੰਕਾਰ ਦੀ ਬਦਬੂ ਹੋਵੇਗੀ। ਮਨ ਮੈਲਾ, ਇਸ ਮਨੁੱਖ ਦੀ ਸੇਵਾ ਵੀ ਮੈਲੀ ਹੋਵੇਗੀ, ਸੇਵਾ ਦੇ ਚ ਵੀ ਹੰਕਾਰ ਦੀ ਬਦਬੂ ਹੋਵੇਗੀ। ਸਾਰੀ ਦੁਨੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਕਹਿੰਦੇ ਨੇ ਅਸੀਂ ਸੇਵਾ ਕਰਦੇ ਹਾਂ, ਤਾਂ ਸੇਵਾ ਇੱਕ ਦੂਜੇ ਦੀ ਪੱਗ ਲਾ ਕੇ ਆਉਂਦੀ ਹੈ। ਬੇਸ਼ਤਰ ਗੁਰਦੁਆਰਿਆਂ ਦੇ ਝਗੜੇ ਅਦਾਲਤਾਂ ਤੱਕ ਪਹੁੰਚਦੇ ਨੇ, ਲੜਾਈ ਮਾਰ ਕੁਟਾਈ। ਸੇਵਾ ਤੇ ਤੈਨੂੰ ਕੌਣ ਰੋਕਦਾ ਹੈ? ਸੇਵਾ ਨਹੀਂ, ਇਹ ਮਨ ਮੈਲੇ ਸੇਵਾ ਕਰਨਾ ਚਾਹੁੰਦੇ ਨੇ, ਔਰ ਉਸ ਸੇਵਾ ਦੇ ਚ ਹੰਕਾਰ, ਬੜਾ ਪ੍ਰਬਲ ਹੰਕਾਰ। ਗੁਸਤਾਖੀ ਮਾਫ, ਬਾਰ ਬਾਰ ਮਾਫੀ।
ਮੈਂ 90% ਸੰਸਾਰ ਭਰ ਦੇ ਪ੍ਰਬੰਧਕਾਂ ਨੂੰ ਦੇਖਿਆ, ਉਹ ਤੇ ਸਰੋਤੇ ਵੀ ਨਹੀਂ, ਨਿਤਨੇਮੀ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਤੇ ਉਹਨਾਂ ਦੇ ਹੱਥ ਸਾਡਾ ਧਰਮ ਹੈ ਸਿੱਖ ਧਰਮ। ਕਰੀਬਨ 70-80 ਸਾਲ ਤੋਂ ਇੰਜ ਲੈ ਲਓ, ਤੇ 70-80 ਸਾਲ ਦੇ ਚ ਕੀ ਹੋਇਆ? ਅੱਧਾ ਪੰਜਾਬ ਪਤਤ ਹੋ ਗਿਆ, ਨੌਜਵਾਨ ਬਾਗੀ ਹੋ ਗਏ। ਉਹ ਜਿਹੜੇ ਮੁਖੀ ਲੋਕ ਨੇ ਉਹਨਾਂ ਦੇ ਆਪਣੇ ਬੱਚੇ ਵੀ ਪਤਤ ਨੇ, ਮੈਂ ਐਸਾ ਦੇਖਿਆ। ਇਸ ਸੰਬੰਧ ਵਿੱਚ ਮੈਂ ਕਿਤਾਬ ਵੀ ਲਿਖੀ ਹੈ, ਸ਼ਾਇਦ ਮੈਂ ਪਿਛਲੇ ਸਾਲ ਦੇ ਗਿਆ ਸੀ, ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ। ਸੇਵਾ ਮਨ ਮੈਲਾ ਹੈ ਤਾਂ ਇਸ ਬੰਦੇ ਦੀ ਸੇਵਾ ਵੀ ਮੈਲੀ ਹੈ। ਮਨ ਮੈਲਾ ਹੈ, ਕਹਿਣ ਦੇਣਾ ਗੁਸਤਾਖੀ ਮਾਫ, ਇਸ ਬੰਦੇ ਦਾ ਗਿਆਨ ਵੀ ਮੈਲਾ ਹੈ, ਇਹਦੇ ਗਿਆਨ ਦੇ ਚ ਵੀ ਹੰਕਾਰ ਹੋਵੇਗਾ, ਹੰਕਾਰ ਦੀ ਬਦਬੂ ਹੋਵੇਗੀ। ਚਲੋ ਇਸ ਸੰਬੰਧ ਚ ਰਵਿਦਾਸ ਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ। ਹਮ ਬੜ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਰਵਿਦਾਸ ਨੇ ਬੜੀ ਚੋਟ ਕਰ ਦਿੱਤੀ ਹੈ। ਹਮ ਬੜ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਕਹਿ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ। ਪਾਗਲ ਪਾਗਲ। ਕੁਝ ਦਿਨ ਹੋਏ ਮੈਨੂੰ 2-4 ਸੱਜਣ ਮਿਲੇ, ਦਸਮ ਗ੍ਰੰਥ ਦੀ ਗੱਲ ਕਰਨ ਲੱਗੇ। ਕਹਿਣ ਲੱਗੇ ਗਿਆਨੀ ਜੀ ਤੁਹਾਡੇ ਨਾਲ ਕੋਈ ਦਸਮ ਗ੍ਰੰਥ ਬਾਰੇ ਵਿਚਾਰ ਕਰਨੀ। ਮੈਂ ਕਿਹਾ ਤੁਸੀਂ ਦਸਮ ਗ੍ਰੰਥ ਦੀ ਸਟੱਡੀ ਕੀਤੀ ਹੈ, ਪੜ੍ਹਿਆ? ਕਹਿੰਦੇ ਪੜ੍ਹਿਆ ਤੇ ਨਹੀਂ, ਦੇਖਿਆ ਵੀ ਨਹੀਂ। ਤੇ ਮੈਂ ਕਿਹਾ ਕੀ ਵਿਚਾਰ ਵਟਾਂਦਰਾ ਕਰੋਗੇ? ਇਸ ਤਰ੍ਹਾਂ ਦੇ ਬੇਵਕੂਫ ਵੀ ਜਗਤ ਦੇ ਚ ਘੁੰਮ ਰਹੇ, ਹੈਰਾਨ ਨੇ। ਕਿਉਂ એનર્ਜੀ ਵੇਸਟ ਕਰਦੇ ਹੋ? ਕਿਉਂ ਆਪਣਾ ਸਮਾਂ ਵੇਸਟ ਕਰਦੇ ਹੋ? ਬੜੀ ਕੀਮਤੀ ਜ਼ਿੰਦਗੀ ਹੈ, ਪ੍ਰਭੂ ਦਾ ਨਾਮ ਜਪੋ, ਬੰਦਗੀ ਕਰੋ। ਇਹ ਉਹਨਾਂ ਲੋਕਾਂ ਦੇ ਰਹਿਣ ਦਿਓ ਜੋ ਸਾਹਿਤਕਾਰ ਨੇ, ਇਤਿਹਾਸਕਾਰ ਨੇ, ਪੜਚੋਲ ਕਰਨਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ। ਤੁਸੀਂ ਨਾਮ ਜਪੋ, ਪ੍ਰਭੂ ਦੀ ਬੰਦਗੀ ਕਰੋ। ਪਰ ਕੀ ਕੀਤਾ ਜਾਏ, ਉਹ ਵੀ ਪੰਡਤਾਈ ਦੇ ਚ ਆਉਣਾ ਚਾਹੁੰਦੇ ਨੇ। ਹਮ ਬੜ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ। ਮੈਂ ਕਵੀ, ਮਾੜਾ ਮੋਟਾ ਕਵੀ ਨਹੀਂ, ਬਹੁਤ ਵੱਡਾ ਕਵੀ। ਹਮ ਬੜ ਕਵ ਕੁਲੀਨ, ਬੜੀ ਉੱਚੀ ਜ਼ਾਤ ਹੈ ਮੇਰੀ, ਮਾੜਾ ਮੋਟਾ ਨਹੀਂ ਹਾਂ ਮੈਂ। ਹਮ ਬੜ ਕਵ ਕੁਲੀਨ, ਹਮ ਪੰਡਤ, ਮੈਂ ਬਹੁਤ ਪੜ੍ਹਾ ਲਿਖਾ। ਅੱਜ ਵੀ ਡਿਗਰੀਆਂ ਮਿਲਦੀਆਂ ਨੇ, ਪੁਰਾਣੇ ਜ਼ਮਾਨੇ 'ਚ ਵੀ ਮਿਲਦੀਆਂ ਸਨ। ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਇਹ ਸ਼ਾਸਤਰੀ ਜੀ ਮਹਾਰਾਜ, ਇਹ ਸ੍ਰੀ 108, ਇਹ ਡਿਗਰੀਆਂ ਮਿਲਦੀਆਂ ਸਨ, ਇਹ ਸਨਦਾਂ ਮਿਲਦੀਆਂ ਸਨ। ਸ੍ਰੀ 108, ਇਹ 108 ਉਪਨਿਸ਼ਦਾਂ ਦਾ ਗਿਆਤਾ ਹੈ। ਉਪਨਿਸ਼ਦਾਂ 108 ਨੇ। ਪੂਰਾ ਮਜ਼ਮੂਨ 108 ਉਪਨਿਸ਼ਦਾਂ ਦੇ ਨਾਲ ਜੋ 3 ਵੇਦ ਵੀ ਪੜ੍ਹ ਲਵੇ, ਅਥਰਵਣ ਨੂੰ ਛੋੜ ਕੇ, ਤਾਂ ਫਿਰ ਕਹਿੰਦੇ ਸਨ ਇਹ ਸ੍ਰੀ 111, ਸ੍ਰੀ 111, ਇਹ ਸ੍ਰੀ 108, ਇਹ ਸ਼ਾਸਤਰੀ ਜੀ ਮਹਾਰਾਜ, ਇਹਨੇ 4 ਵੇਦ ਪੜ੍ਹੇ ਨੇ, ਚਤੁਰਵੇਦੀ ਸਾਹਿਬ, ਇਹਨੇ 3 ਪੜ੍ਹੇ ਨੇ, ਤ੍ਰਿਵੇਦੀ ਸਾਹਿਬ, ਇਹਨੇ 2 ਪੜ੍ਹੇ ਨੇ, ਦੁਵੇਦੀ ਸਾਹਿਬ। ਇੱਕ ਪੜ੍ਹੇ ਹੋਏ ਨੂੰ ਡਿਗਰੀ ਨਹੀਂ ਮਿਲਦੀ ਸੀ, ਸਨਦ ਨਹੀਂ, 2 ਤੇ ਲਾਜ਼ਮੀ ਪੜ੍ਹਨੇ ਪੈਣ। ਦੁਵੇਦੀ ਸਾਹਿਬ ਇਹਨੇ 2 ਪੜ੍ਹੇ ਨੇ। ਪ੍ਰਾਚੀਨ ਕਾਲ ਦੇ ਚ ਵੀ ਔਰ ਅਜੇ ਵੀ ਬਨਾਰਸ ਦੇ ਚ ਇਹ ਪ੍ਰਮਾਣ ਪੱਤਰ ਮਿਲਦੇ ਨੇ। ਅੱਜ ਯੂਨੀਵਰਸਿਟੀਆਂ ਕਾਲਜਾਂ ਦੇ ਚ ਦੂਜੇ ਢੰਗ ਦੇ ਮਿਲਣ ਲੱਗ ਪੈਣ, ਬਾਹਰ ਦੀ ਵਿੱਦਿਆ ਦੇ। ਵਿੱਦਿਆ ਵੀ ਮਨੁੱਖ ਨੂੰ ਹੰਕਾਰੀ ਕਰ ਦਿੰਦੀ ਅਗਰ ਮਨ ਮੈਲਾ ਹੈ। ਗਿਆਨ ਵੀ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ। ਸ਼ਾਇਦ 2 ਲਫ਼ਜ਼ ਮੈਂ ਹੋਰ ਦੁਹਰਾਦੇ ਹਾਂ। ਗੁਣਾਂ ਦੇ ਆਸਰੇ ਤੇ ਹੀ ਹੰਕਾਰ ਚੱਲ ਸਕਦਾ, ਔਗਣਾਂ ਦੇ ਆਸਰੇ ਤੇ ਨਹੀਂ ਚੱਲ ਸਕਦਾ। ਮੈਂ ਅਕਸਰ ਕਹਿੰਦਾ ਹੁੰਦਾ,
ਇੱਕ ਬੰਦਾ ਮਾਣ ਕਰ ਸਕਦਾ ਹੈ, ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ ਆ। ਪਰ ਇੱਕ ਮਨੁੱਖ ਇਹ ਕਿਸ ਤਰ੍ਹਾਂ ਮਾਣ ਕਰੇਗਾ, ਮੈਂ ਮਾੜਾ ਮੋਟਾ ਬੇਈਮਾਨ ਨਹੀਂ, ਬਹੁਤ ਵੱਡਾ ਬੇਈਮਾਨ ਆ? ਕਿਸ ਤਰ੍ਹਾਂ ਮਾਣ ਕਰੇਗਾ? ਮੈਂ ਮਾੜਾ ਮੋਟਾ ਚੋਰ ਨਹੀਂ ਆ, ਬਹੁਤ ਵੱਡਾ ਚੋਰ ਆ। ਤੂੰ ਮਾੜੀ ਮੋਟੀ ਚੋਰੀ ਕਰਦਾ ਹੋਵੇਂਗਾ, ਮੈਂ ਤੇ ਪੂਰਾ ਘਰ ਹੀ ਲੁੱਟ ਕੇ ਲੈ ਜਾਂਦਾ। ਮੈਂ ਬਹੁਤ ਵੱਡਾ ਲੁਟੇਰਾ। ਕਿਸ ਤਰ੍ਹਾਂ ਮਾਣ ਕਰੇਗਾ? ਔਗਣਾ ਤੇ ਹੰਕਾਰ ਖੜਾ ਹੀ ਨਹੀਂ ਹੋ ਸਕਦਾ। ਸਮਾਜ ਔਗਣ ਹਾਰੇ ਨੂੰ ਨੀਵੇਂ ਤੋਂ ਨੀਵਾਂ ਮੰਨਦਾ ਹੈ, ਹੰਕਾਰ ਉਸ ਦਾ ਖੜਾ ਨਹੀਂ ਹੋ ਸਕਦਾ। ਹੰਕਾਰ ਗੁਣਾਂ ਦੇ ਆਸਰੇ ਤੇ ਖੜਾ ਹੋ ਸਕਦਾ ਹੈ। ਮੈਂ ਮਾੜਾ ਮੋਟਾ ਸੇਵਾਦਾਰ ਨਹੀਂ, ਬਹੁਤ ਵੱਡਾ ਸੇਵਾਦਾਰ। ਮੈਂ ਮਾੜਾ ਮੋਟਾ ਗਿਆਨੀ ਨਹੀਂ, ਬਹੁਤ ਵੱਡਾ ਗਿਆਨੀ। ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ, ਬਹੁਤ ਵੱਡਾ ਦਾਨੀ। ਗੁਣਾਂ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਹੈ, ਤੇ ਹੰਕਾਰ ਤੋਂ ਕੋਈ ਬਹੁਤ ਵੱਡੀ ਮੈਲ ਹੈ ਹੀ ਨਹੀਂ। ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਨਹੀਂ ਜਾਂਦੀ, ਨਹੀਂ ਜਾਂਦੀ। ਬੜੀ ਭਿਅੰਕਰ ਮੈਲ ਹੈ, ਔਰ ਗੁਣਾ ਕਰਕੇ ਇਹ ਮੈਲ ਹੋਰ ਵੱਧ ਜਾਂਦੀ ਹੈ। ਇਹਨਾਂ ਦਾ ਜ਼ਿਕਰ ਰਵਿਦਾਸ ਇੰਜ ਪਏ ਕਰਦੇ ਨੇ, ਗਿਣਤੀ ਤੁਸੀਂ ਕਰ ਲੈਣਾ। ਹਮ ਬੜ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਕਹਿ ਰਵਿਦਾਸ ਸਵੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ। ਪਾਗਲ ਦੇ ਪਾਗਲ ਨੇ। ਗੁਣ ਵਧਾਈ ਜਾ ਰਹੇ ਨੇ, ਹੰਕਾਰ ਵੀ ਵਧਾਈ ਜਾ ਰਹੇ ਨੇ। ਇਹ ਤੇ ਇੰਜ ਹੈ, ਖੀਰ ਬਣਾਈ ਜਾ ਰਹੇ ਨੇ, ਉੱਪਰ ਸੁਆਹ ਪਾਈ ਜਾ ਰਹੇ ਨੇ। ਇਹ ਤੇ ਇੰਜ ਹੈ। ਇਹ ਤੇ ਕੁੰਚਰ ਦਾ ਇਸ਼ਨਾਨ ਹੈ। ਕੁੰਚਰ ਹਾਥੀ ਦਰਿਆ ਦੇ ਸਰੋਵਰ ਦੇ ਚ ਇਸ਼ਨਾਨ ਕਰਦਾ, ਬਾਹਰ ਆ ਕੇ ਸੋਹਣ ਨਾਲ ਉੱਪਰ ਮਿੱਟੀ ਪਾਉਂਦਾ। ਤੀਰਥ ਬਰਤਰ ਦਾਨ ਕਰ ਮਨ ਵੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਇਹ ਤੇ ਹਾਥੀ ਦਾ ਇਸ਼ਨਾਨ। ਇਹਦੇ ਉੱਤੇ ਇੱਕ ਹੋਰ ਵੀ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਸਤਿਗੁਰਾਂ ਦੀ ਬਾਣੀ ਨੇ। ਜੋਵੇਂ ਕੂਪ ਸਨ ਚਨ ਕੋ ਬਸੁਦਾ, ਉਠ ਬੈਲ ਗਏ ਚਰ ਬੇਲ। ਬੈਲ ਬੱਬੇ ਦੇ ਉੱਤੇ ਦੋ ਲਾਵਾਂ, ਬੇਲ ਇੱਕ ਲਾ। ਬੇਲ ਵੱਲ ਬੂਟਾ, ਵੱਲਾ। ਬੈਲ ਬਲਦ, ਬਲਦ। ਜੋਵੇਂ ਕੂਪ ਸਨ ਚਨ ਕੋ ਬਸੁਦਾ। ਖੂਹ ਜੋੜੇ ਪੁਰਾਣੇ ਜ਼ਮਾਨੇ 'ਚ ਹਲਟ ਜੋਲਦੇ ਸਨ। ਔਰ ਰਾਹਟ ਰਾਜਸਥਾਨ ਦੇ 'ਚ ਜਿੱਥੇ ਪਾਣੀ ਬੜਾ ਡੂੰਘਾ ਹੈ, ਤੇ ਉੱਥੇ ਹਲਟ ਚਲਾਣੇ ਬੜੇ ਔਖੇ ਸਨ। ਵਜ਼ਨ ਇਤਨਾ, ਭਾਰ ਇਤਨਾ ਹੋ ਜਾਂਦਾ ਸੀ, ਦੋ ਬੈਲਾਂ ਲਈ ਵੀ ਉਹ ਹਲਟ ਖਿੱਚਣਾ ਔਖਾ ਸੀ। ਉੱਥੇ ਰਾਹਟ ਦੇ ਰਾਹੀਂ, ਮਸ਼ਕਾਂ ਦੇ ਰਾਹੀਂ ਪਾਣੀ ਕੱਢਦੇ ਸਨ। ਗੁਰਬਾਣੀ ਇਹ ਉਦਾਹਰਣ ਦੇ ਰਹੀ ਹੈ। ਜੋਵੇਂ ਕੂਪ ਸਨ ਚਨ ਕੋ ਬਸੁਦਾ। ਖੂਹ ਜੋੜਿਆ, ਖੂਹ ਦੇ ਨਾਲ ਬੈਲ ਜੋੜਿਆ ਧਰਤੀ ਨੂੰ ਸਿੰਚਣ ਵਾਸਤੇ। ਧਰਤੀ ਦੇ ਜਿਹੜੀਆਂ ਬੇਲਾਂ ਨੇ, ਬੂਟੇ ਨੇ, ਉਹਨਾਂ ਨੂੰ ਸਿੰਚਣ ਵਾਸਤੇ। ਜੋਵੇਂ ਕੂਪ ਸਨ ਚਨ ਕੋ ਬਸੁਦਾ, ਉਠ ਬੈਲ ਗਏ ਚਰ ਬੇਲ। ਬੈਲ, ਸ਼ਾਮ ਦਾ ਵਕਤ ਹੋਇਆ, ਕਿਸਾਨ ਆਪ ਵੀ ਥੱਕ ਗਿਆ, ਬਲਦ ਵੀ ਥੱਕ ਗਿਆ, ਤੇ ਹਲਟ ਨਾਲੋਂ ਬਲਦ ਨੂੰ ਖੋਲ ਦਿੱਤਾ। ਬੰਨਣਾ ਭੁੱਲ ਗਿਆ, ਤੇ ਬੈਲ ਉਹਨਾਂ ਬੇਲਾਂ ਨੂੰ ਖਾ ਗਿਆ ਜਿਹਦੇ ਸਾਰਾ ਦਿਨ ਪਾਣੀ ਦਿੰਦਾ ਰਿਹਾ। ਬੇਲਾਂ ਫਲ ਤੱਕ ਪਹੁੰਚਣ, ਫੁੱਲਾਂ ਤੱਕ ਪਹੁੰਚਣ, ਬੈਲ ਖਾ ਗਿਆ, ਪਹਿਲੇ ਹੀ ਖਾ ਗਿਆ। ਜਿਸ ਬੈਲ ਦੇ ਰਾਹੀਂ ਪਾਣੀ ਕੱਢਦੇ ਰਹੇ, ਉਸ ਬੈਲ ਨੇ ਸਤਿਆਨਾਸ਼ ਕਰ ਦਿੱਤਾ। ਮਨ ਦੀ ਪ੍ਰੇਰਨਾ ਨਾਲ ਗੁਰਦੁਆਰੇ ਆਇਆ, ਮਨ ਦੀ ਪ੍ਰੇਰਨਾ ਨਾਲ ਗਜ਼ਬ ਦੀ ਨਿੰਦਾ ਕਰਨ ਲੱਗ ਪਿਆ, ਵਿਅਰਥ ਬੋਲਣ ਲੱਗ ਪਿਆ। ਮਨ ਦੀ ਪ੍ਰੇਰਨਾ ਨਾਲ ਦਾਨ ਕੀਤਾ, ਫਿਰ ਮਨ ਦੀ ਪ੍ਰੇਰਨਾ ਨਾਲ ਬੇਈਮਾਨੀ ਕਰ ਛੱਡਿਆ। ਜੋਵੇਂ ਕੂਪ ਸਨ ਚਨ ਕੋ ਬਸਦਾ, ਉਠ ਬੈਲ ਗਏ ਚਰ ਬੇਲ। ਖੂਹ ਜੋੜਿਆ ਬੇਲਾਂ ਨੂੰ ਸਿੰਚਣ ਵਾਸਤੇ, ਬੈਲ ਖੁੱਲਾ ਛੱਡ ਦਿੱਤਾ, ਬੇਲਾਂ ਸਾਰੀਆਂ ਹੀ ਖਾ ਗਿਆ।
ਪਾਠ ਕੀਤਾ, ਪੂਜਾ ਕੀਤੀ, ਸਤਸੰਗ ਕੀਤਾ, ਮਿਹਨਤ ਕੀਤੀ, ਦਿਨ ਭਰ ਸੰਜਮ ਰੱਖਿਆ ਨਹੀਂ, ਮਨ ਦਾ ਧਿਆਨ ਕੀਤਾ ਨਹੀਂ, ਖੁੱਲਾ ਛੱਡ ਦਿੱਤਾ, ਸ਼ਾਮ ਤੱਕ ਇਹਨੇ ਇੱਕ ਬੇਲ ਵੀ ਨਹੀਂ ਰਹਿਣ ਦਿੱਤੀ। ਕਹਿੰਦਾ 2 ਪਾਠ ਮੈਂ ਸੁਖਮਨੀ ਸਾਹਿਬ ਦੇ ਕੀਤੇ ਨੇ, ਪੁਰਖਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਛਾਪ ਵੀ ਨਹੀਂ ਮਿਲਦੀ, ਕੀ ਪਾਠ ਤੂੰ 2 ਕੀਤੇ ਨੇ? ਉਹ ਤੇ ਸਾਰਾ ਕੀਤਾ ਹੋਇਆ ਗਿਆ। ਜੋਵੇਂ ਕੂਪ ਸੰਚਨ ਕੋ ਬਸਦਾ, ਉਠ ਬੈਲ ਗਏ ਚਰ ਬੇਲ। ਹੁਣ ਮੈਂ ਅਰਜ਼ ਕਰਾਂ, ਬਾਹਰੋਂ ਕੁਛ ਪ੍ਰਾਪਤ ਨਹੀਂ ਹੋਇਆ, ਪਰ ਸਥਿਤੀ ਠੀਕ ਨਹੀਂ ਹੈ। ਅੰਦਰੋਂ ਕੁਛ ਪ੍ਰਾਪਤ ਨਹੀਂ ਹੋਇਆ, ਮਨ ਸਥਿਤੀ ਠੀਕ ਨਹੀਂ ਹੈ। ਪਦਾਰਥ ਬਾਹਰੋਂ ਮਿਲੇਗਾ, ਪਰਮਾਤਮਾ ਅੰਦਰੋਂ ਮਿਲੇਗਾ। ਬਾਹਰ ਦੀਆਂ ਲੋੜਾਂ ਦੀ ਪੂਰਤੀ ਬਾਹਰੋਂ ਹੋਵੇਗੀ, ਸਮਾਧੀ ਅੰਦਰੋਂ ਲੱਗੇਗੀ, ਮਹਾਰਸ ਅੰਦਰੋਂ ਮਿਲੇਗਾ। ਬਾਹਰੋਂ ਪਦਾਰਥ ਨਹੀਂ ਮਿਲੇ, ਪਰ ਸਥਿਤੀ ਠੀਕ ਨਹੀਂ ਹੈ। ਅੰਦਰੋਂ ਪਰਮਾਤਮਾ ਨਹੀਂ ਮਿਲਿਆ, ਮਨ ਸਥਿਤੀ ਠੀਕ ਨਹੀਂ ਹੈ। तो मन स्थिति ठीक नहीं, इस स्थिति की समझ सोच गुरु नानक देंदे ने। प्रथम मन मैल है, दूसरा मन चोपी नहीं करता। तो जब चोपी नहीं करता तो कौन कीर्तन सुने, कौन पाठ सुने? मैं अर्ज करा, मन नहीं सुनता, मन श्रोता नहीं बनता। पूरा मन कदी वो रब्बी स्रोत दे च लांदा ही नहीं। मन की आदत है नहीं, ये स्रोता नहीं बनता, ये वक्ता बनता है। 2 शब्द मैं अक्सर कहना हुंदा, दोहरादे हाँ, 2-3 मिनट रहिंदे ने। बोलन लग्या ध्यान दूजे ते रखना पैंदा है, सुनन लग्या ध्यान अपने कोल। जो ध्यान अपने कोल नहीं ले आया, सुन नहीं सकेगा। जो ध्यान दूजे ते नहीं रख सकिया, सुना भी नहीं सकेगा। बोलन लग्या, सुनान लग्या, ध्यान दा केंद्र दूजा तीजा हुंदा है। सुन लग्या ध्यान दा केंद्र खुद। मन दी आदत है बोलन दी, सुनन दी आदत ही नहीं। और ये हर वक्त बोलता है, हर वक्त बोलता है, और बहुता फिजूल बोलता है। बड़े व्यर्थ दे फुर ने, बड़े व्यर्थ दे विचार चल रहे ने। ते मन दे च विचार चलते पे ने, ते मन किथे श्रोता बने, किवें सुने? इसे वास्ते मैं अक्सर अर्ज करना हुंदा, सुरत दे 3 अर्थ ने, सुरत सुनना, सुरत समझना, सुरत जुड़ना। ये ते श्रोता है, सरवन तो बने है, कठिन है, मन नहीं सुनता है। और जद कदी इस तरह की गल चले, मैनू प्रिंसिपल गंगा सिंह की रुबाई याद आ जाती है, जो उन्होंने मैनू उदों सुनाई सी, बाद उन्होंने मैगजीन अमृत भी छपी सी। उन्होंने रुबाई मैं थानू सरवण करावां। दिल सागर सागर दे वांगर सी, अत डूंघा अड़िया। दिल सागर सागर दे वांगर सी, अत डूंघा अड़िया। ज्ञान विचार सिदक दे मोती, पादाता ने घड़िया। पर ए बाण कुचज्जी मेरी, बाहर बोल लुटाया। जब तप दी खट्टी ना खट्टी, खाली पिरदर खड़िया। लंबी चौड़े दा पिछोकड़ ते मैं ना बयान करा। जिस दिन हल्द्वानी च उन्होंने मैनू ये रुबाई सुनाई सी, थोड़ी देर बाद फिर मैं उन्होंने एक रुबाई सुनाई। सन 61 की गल है। मैं उम्र के हिसाब नाल उन्होंने पोतरियां की थां ते सी उदों, वो बुजुर्ग सन बड़े। मैं कि प्रिंसिपल साहब एक रुबाई फिर मैं भी थानू सुनानी है। कहने लगे सुना, ध्यान नाल तुसीं सुनना। दिल सूरज सूरज दे वांगर सी, पिया लिशकां मारे। दिल सूरज सूरज दे वांगर सी, पिया लिशकां मारे। ज्ञान विचार सिदकदियां किरणां भरियां, सिरजन हारे। पर अफसोस मस्कीन इस ताई, लगया ग्रहण खुदी दा। बोल बोल के चमक गवाई, घिरिया हुण अंधियारे। मेरी बांह पकड़ के ते कहने लगे,
ਜੋ 75 ਸਾਲ 'ਚ ਮੈਨੂੰ ਸਮਝ ਆਈ ਹੈ, ਤੈਨੂੰ ਇਹ 20 ਸਾਲਾਂ 'ਚ ਸਮਝ ਆ ਗਈ ਹੈ। ਮੈਂ ਕਿਹਾ ਇਹ ਤਾਂ ਸਾਫ਼ ਹੈ, ਬੋਲਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਹੈ, ਸੁਣਨ ਲੱਗਿਆਂ ਧਿਆਨ ਆਪਣੇ ਤੇ ਰੱਖਣਾ ਪੈਂਦਾ ਹੈ। ਇਸ ਵਾਸਤੇ ਬੋਲਣਾ ਬੜਾ ਆਸਾਨ ਹੈ, ਸੁਣਨਾ ਬੜਾ ਕਠਿਨ ਹੈ। ਸੰਗਤ ਜੀ, ਮਸਕੀਨ ਜੀ ਦੀ ਕਥਾ ਬਹੁਤ ਪਿਆਰੀ ਸੀ। ਮਸਕੀਨ ਜੀ ਕਥਾ ਵਿੱਚ ਵਿਚਾਰਦੇ ਨੇ ਕਿ ਕਰਮ, ਤੁਹਾਡੇ ਪਿਛਲੇ ਕਰਮ, ਜਿਸ ਤਰ੍ਹਾਂ ਕਿਸੇ ਪਰਿਵਾਰ ਤੇ ਨਾ ਲੋਕ ਕਹਿੰਦੇ ਹਨ ਕਿ ਇਹਨਾਂ ਨੂੰ ਬਿਮਾਰੀ ਹੈ ਤੇ ਇਹਨਾਂ ਦੀ ਖਾਨਦਾਨੀ ਬਿਮਾਰੀ ਹੈ ਤੇ ਅੱਗੇ ਇਹਨਾਂ ਦੇ ਬੱਚਿਆਂ ਨੂੰ ਹੋ ਗਈ। ਇਸ ਤਰ੍ਹਾਂ ਨਹੀਂ ਹੁੰਦਾ। ਮਸਕੀਨ ਜੀ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੇ ਆਪਣੇ ਕਰਮ ਹਨ, ਉਸ ਪਰਿਵਾਰ ਦਾ ਕੋਈ ਦੋਸ਼ ਨਹੀਂ, ਮਾਤਾ ਪਿਤਾ ਦਾ ਕੋਈ ਦੋਸ਼ ਨਹੀਂ ਕਿ ਕੋਈ ਕਹੇਗਾ ਤੁਹਾਡੇ ਮਾਤਾ ਪਿਤਾ ਨੂੰ ਇਹ ਬਿਮਾਰੀ ਸੀ ਤੇ ਇਹ ਬਿਮਾਰੀ ਤੁਹਾਨੂੰ ਵੀ ਹੋ ਗਈ ਹੈ। ਇਸ ਤਰ੍ਹਾਂ ਨਹੀਂ ਹੁੰਦਾ। ਮਸਕੀਨ ਜੀ ਕਹਿੰਦੇ ਨਾ ਕਿ ਹਰ ਕੋਈ ਇਨਸਾਨ ਆਪਣੇ ਕਰਮ ਇਸ ਸੰਸਾਰ ਵਿੱਚ ਆਪ ਲੈ ਕੇ ਆਉਂਦਾ ਹੈ। ਤੁਹਾਡੇ ਆਪਣੇ ਕਰਮ ਹਨ, ਤੁਸੀਂ ਪਿਛਲੇ ਕਿਤੇ ਹਨ, ਉਹ ਕਰਮ ਤੁਹਾਡੇ ਅੱਗੇ ਆਏ ਹਨ। ਅਗਰ ਤੁਸੀਂ ਕਿਸੇ ਅਮੀਰ ਘਰ ਦੇ, ਕਿਸੇ ਰਾਜੇ ਦੇ ਘਰ ਵੀ ਜਨਮ ਲੈਂਦੇ ਹੋ ਤੇ ਉਹ ਤੁਹਾਡੇ ਆਪਣੇ ਕਰਮ ਹਨ। ਅਗਰ ਕੋਈ ਕਿਸੇ ਗਰੀਬ ਦੇ ਘਰ ਜਨਮ ਲੈਂਦਾ ਹੈ, ਉਹ ਉਸਦੇ ਕਰਮ ਹੈ। ਸਭ ਆਪਣੇ ਕਰਮ ਆਪ ਲੈ ਕੇ ਆਉਂਦੇ ਹਨ। ਜੀ ਵਿਚਾਰਦੇ ਨੇ ਕਿ ਇਸ ਸੰਸਾਰ ਦੇ ਵਿੱਚ ਮਨ ਇਕਾਗਰ ਕਰਨਾ, ਮਨ ਇਕਾਗਰ ਚਿਤ ਕਰਨਾ ਬੜਾ ਕਠਿਨ ਹੈ, ਬਹੁਤ ਜ਼ਿਆਦਾ ਕਠਿਨ ਹੈ। ਮਨ ਇਕਾਗਰ ਕਰਕੇ ਲੋਕ ਗੁਰਦੁਆਰੇ ਤੇ ਚਲੇ ਜਾਂਦੇ ਹਨ, ਮਨ ਚਿਤ ਕਰਕੇ ਗੁਰਦੁਆਰੇ ਚਲੇ ਜਾਂਦੇ ਹਨ, ਸ਼ਰਧਾ ਭਾਵ ਨਾਲ ਮੱਥਾ ਟੇਕਦੇ ਹਨ। ਮੱਥਾ ਟੇਕ ਕੇ ਜਿਹੜੇ ਬਾਹਰ ਆਉਂਦੇ ਹਨ ਤੇ ਫਿਰ ਨਿੰਦਿਆ, ਉਸੇ ਮਨ ਦੇ ਨਾਲ ਫਿਰ ਨਿੰਦਿਆ ਸ਼ੁਰੂ ਕਰ ਦਿੰਦੇ ਹਨ। ਤੇ ਉਹ ਨਿੰਦਿਆ ਕੀਤੀ, ਤੁਹਾਡਾ ਜੋ ਮਨ ਇਕਾਗਰ ਹੋਇਆ ਸੀ ਪ੍ਰਿਤਮ ਨਾਲ, ਪਰਮਾਤਮਾ ਨਾਲ, ਉਹ ਵਿਅਰਥ ਹੈ, ਉਹ ਬਿਲਕੁਲ ਖੈ ਹੋ ਗਿਆ, ਖਤਮ ਹੋ ਗਿਆ। ਮਨ ਨੂੰ ਇਕਾਗਰ ਕਰਕੇ ਗੁਰੂ ਦੇ ਨਾਲ ਜੁੜਨਾ, ਗੁਰੂ ਦੇ ਦਰਬਾਰ ਤੇ ਜਾਣਾ ਬਹੁਤ ਵੱਡੀ ਗੱਲ ਹੈ। ਮਨ ਕਰਕੇ ਬਾਣੀ ਸੁਣਨਾ ਬਹੁਤ ਵੱਡੀ ਗੱਲ ਹੈ। ਮਸਕੀਨ ਜੀ ਵਿਚਾਰਦੇ ਨੇ ਕਥਾ ਵਿੱਚ ਕਿ ਕਿਸੇ ਨੂੰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਤੇ ਕਿਸੇ ਨੂੰ ਸੁਣਾਉਣਾ ਬਹੁਤ ਆਸਾਨ ਹੈ। ਜੀ ਹਾਂ, ਕੋਈ ਗ੍ਰੰਥੀ ਸਾਹਿਬ ਜਾਂ ਕੀਰਤਨੀਏ ਕੋਈ ਕਥਾ ਕਰਦਾ ਹੋਵੇ ਜਾਂ ਸ਼ਬਦ ਪੜ੍ਹਦਾ ਹੋਏ, ਅਸੀਂ ਸੁਣਦੇ ਹਾਂ, ਬਟ ਸਾਡਾ ਮਨ ਜੋ ਹੈ ਉਹ ਇਕਾਗਰ ਨਹੀਂ ਹੁੰਦਾ। ਅਸੀਂ ਸੁਣਦੇ ਰਹਾਂਗੇ ਅੱਖਾਂ ਬੰਦ ਕਰਕੇ, ਲੋਕ ਦੇਖੇ ਮਨੁੱਖ ਕਿੰਨਾ ਬਾਣੀ ਵਿੱਚ ਲੀਨ ਹੈ, ਬਟ ਉਹ ਸਿਰਫ ਇੱਕ ਸੰਸਾਰੀ ਦਿਖਾਵਾ ਹੈ। ਕੀ ਜੀ ਕਹਿੰਦੇ ਹਨ, ਮਨ ਜਦ ਤੱਕ ਤੁਹਾਡਾ ਇਕਾਗਰ ਨਹੀਂ ਹੋਏਗਾ, ਜਬ ਤੱਕ ਤੁਸੀਂ ਸਰੋਤ ਸੁਣਨ ਦੀ ਨਹੀਂ ਰੱਖੋਗੇ, ਮਨ ਕਰਕੇ ਨਹੀਂ ਸੁਣੋਗੇ, ਤਬ ਤੱਕ ਤੁਹਾਡਾ ਸੁਣਿਆ ਸਭ ਵਿਅਰਥ ਹੈ। ਇਸ ਗੱਲੇ ਜਿਤਨਾ ਹੋ ਸਕੇ ਹਰ ਇਨਸਾਨ ਨੂੰ ਇਸ ਸੰਸਾਰ ਦੇ ਵਿੱਚ ਮਨ ਕਰਕੇ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ। ਤੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ, ਪ੍ਰੇਮ ਭਾਵਨਾ ਰੱਖਣਾ ਚਾਹੀਦਾ ਹੈ, ਤਾਂ ਕਿ ਤੁਹਾਡਾ ਇਹ ਸੰਸਾਰਿਕ ਜੀਵਨ ਜੋ ਹੈ ਇਹ ਸੁਖਮय ਰਹੇ ਤੇ ਤੁਸੀਂ ਵਾਹਿਗੁਰੂ ਪ੍ਰੀਤਮ ਨਾਲ ਜੁੜ ਸਕੋ। ਕਥਾ ਵਿੱਚ ਬਹੁਤ ਅੱਛੇ ਵਿਚਾਰ ਕੀਤੇ ਮਸਕੀਨ ਜੀ ਨੇ। ਸੰਗਤ ਜੀ, ਦਿਓ ਇਜਾਜ਼ਤ, ਨਵੀਂ ਕਥਾ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।